ਸਾਬੋ ਦੀ ਤਲਵੰਡੀ ਤੋਂ ਉੱਥੋਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਕੀ ਹਾਲਾਤ ਨੇ। ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ, ਕੀ ਹਾਲਾਤ ਨੇ ਤੁਹਾਡੇ ਹਲਕੇ ਦੇ? ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਕੇਸ ਸਾਹਮਣੇ ਆ ਰਹੇ ਨੇ ਤੇ ਬਹੁਤੇ ਹਲਕੇ ਇਸ ਵੇਲੇ ਪ੍ਰਭਾਵਿਤ ਹੋ ਚੁੱਕੇ ਨੇ। 18 ਜ਼ਿਲ੍ਹਿਆਂ ਤੋਂ ਖਬਰਾਂ ਆ ਚੁੱਕੀਆਂ ਨੇ, ਕੋਈ ਨਾ ਕੋਈ ਵਿਅਕਤੀ ਉੱਥੇ ਇਸ ਵੇਲੇ ਪੀੜਤ ਹੈਗਾ। ਤੁਹਾਡੇ ਹਲਕੇ ਦੀ ਗੱਲ ਕਰੀਏ, ਕਿਹੋ ਜਿਹੇ ਹਾਲਾਤ ਨੇ ਇਸ ਵੇਲੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮਤਲਬ ਇਸ ਗੱਲ ਦੀ ਵਧੀਆ ਗੱਲ ਆ ਕਿ ਤਲਵੰਡੀ ਸਾਬੋ ਭਾਵੇਂ ਜ਼ਿਲ੍ਹਾ ਬਠਿੰਡਾ ਪੂਰੀ ਤਰ੍ਹਾਂ ਦੇ ਨਾਲ ਬਚਿਆ ਹੋਇਆ। ਹਾਲੇ ਤੱਕ ਉਹਨਾਂ ਡਿਸਟ੍ਰਿਕਟ ਦੇ ਵਿੱਚੋਂ ਬਠਿੰਡਾ ਇੱਕ ਆ ਜਿੱਥੇ ਹਾਲੇ ਤੱਕ ਕੋਈ ਵੀ ਜਿਹੜਾ ਕੇਸ ਨਹੀਂ ਹਾਲੇ ਤੱਕ ਸਾਹਮਣੇ ਆਇਆ ਜੀ। ਸੋ ਸਥਿਤੀ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਤੇ ਵਧੀਆ ਹੈਗੀ ਐ ਇਸ ਵੇਲੇ ਜੀ। ਜੇ ਅਸੀਂ ਗੱਲ ਕਰੀਏ ਇਹ ਜਿਹੜੀ ਬਿਮਾਰੀ ਹੈ ਇਸ ਵੇਲੇ ਫੈਲ ਰਹੀ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਤੇ ਕਿੰਨਾ ਕੁ ਅਸਰ ਲੱਗ ਰਿਹਾ ਇਹਨੂੰ ਦੇਖ ਕੇ? ਤੁਹਾਡੇ ਹਿਸਾਬ ਦੇ ਨਾਲ ਕੀ ਲੋਕਾਂ ਨੂੰ ਇਸ ਵੇਲੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਤੁਸੀਂ ਕਿਉਂਕਿ ਇਸ ਵੇਲੇ ਇੱਕ ਵਿਧਾਇਕ ਹੋ, ਇੱਕ ਨੁਮਾਇੰਦੇ ਹੋ, ਤੁਹਾਨੂੰ ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ? ਕਿਉਂਕਿ ਪੰਜਾਬ ਭਰ ਤੋਂ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਹਾਲੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਨਜ਼ਰ ਨਹੀਂ ਆ ਰਹੇ ਸੀਗੇ, ਜਿਸ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਨੇ ਤੇ ਬਹੁਤ ਸਾਰੇ ਲੋਕ ਸੜਕਾਂ ਤੇ ਵੀ ਉਤਰੇ ਨੇ। ਤੇ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਨੂੰ ਇਸ ਵੇਲੇ ਕਿਵੇਂ ਸਾਵਧਾਨੀ ਵਰਤਣੀ ਚਾਹੀਦੀ ਤੇ ਤੁਹਾਡੇ ਹਲਕੇ ਦੇ ਲੋਕ ਇਸ ਵੇਲੇ ਮੰਨ ਰਹੇ ਨੇ ਇਸ ਕਰਫਿਊ ਨੂੰ, ਇਸ ਹਦਾਇਤਾਂ ਨੂੰ? ਦੇਖੋ, ਪੂਰੇ ਪੰਜਾਬ ਦੇ ਲੋਕ ਮੈਂ ਕਹੂੰਗੀ ਕਿ ਇਸ ਕਰਫਿਊ ਦੀ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕਰ ਰਹੇ ਆ। ਲੋਕਾਂ ਨੂੰ ਮਤਲਬ ਕੋਈ ਉਹਨਾਂ ਨੇ ਕਿਤੇ ਵੀ ਜਾ ਕੇ ਡਿਸਪਲਿਨ ਨੂੰ ਜਿਹੜਾ ਨਹੀਂ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਕਈ ਜਗ੍ਹਾ ਤੇ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਉਹਦੇ ਬਿਹਾਈਂਡ ਵੀ ਬਹੁਤ ਸਾਰੇ ਰੀਜ਼ਨਸ ਨੇ ਹਨ। ਤੇ ਪਰ ਜੇ ਮੈਂ ਦੂਸਰੀ ਗੱਲ ਕਰਾਂ ਤਾਂ ਪੰਜਾਬ ਨੂੰ ਇੱਕ ਅਸੀਂ ਉਸ ਨਿਗਾਹ ਦੇ ਨਾਲ ਦੇਖਦੇ ਹਾਂ ਜਿੱਥੇ ਹੈਲਥ ਜਿਹੜੀ ਆ ਲੋਕਾਂ ਨੇ ਆਪਣੇ ਆਪ ਨੂੰ ਇੱਕ ਸੰਭਾਲਿਆ ਹੋਇਆਗਾ ਤੇ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਜਿਹੜਾ ਕੰਪੈਰੀਟਿਵ ਟੂ ਅਦਰ ਸਟੇਟਸ, ਕੰਪੈਰੀਟਿਵ ਟੂ ਅਦਰ ਕੰਟਰੀਜ਼ ਜਿਹੜਾ ਬਹੁਤ ਬੈਟਰ ਤਰੀਕੇ ਦੇ ਨਾਲ ਕੰਮ ਕਰਦਾ। ਸੋ ਮੇਬੀ ਇਹ ਰੀਜ਼ਨ ਹੋਵੇ ਕਿ ਪੰਜਾਬ ਦੇ ਵਿੱਚ ਹਾਲੇ ਮਤਲਬ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਅੰਡਰ ਕੰਟਰੋਲ ਨੇ, ਜਾਂ ਫਿਰ ਇਹ ਰੀਜ਼ਨ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਹੁਣ ਇੱਕਦਮ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਗਿਆ ਡਿਊ ਟੂ ਦੈਟ ਆਲਸੋ ਕਿ ਸਾਰੀਆਂ ਚੀਜ਼ਾਂ ਅੰਡਰ ਕੰਟਰੋਲ ਨੇ। ਸੋ ਹਜੇ ਤੱਕ ਮਤਲਬ ਸਾਰਾ ਕੁਝ ਸਾਰਾ ਸਮੂਥ, ਸਾਰਾ ਠੀਕ ਚੱਲ ਰਿਹਾਗਾ ਕਿ ਲੋਕ ਪੂਰੀ ਤਰ੍ਹਾਂ ਦੇ ਨਾਲ, ਭਾਵੇਂ ਉਹ ਡਿਸਟ੍ਰਿਕਟ ਬਠਿੰਡਾ ਆ ਜਾਂ ਫਿਰ ਮੇਰਾ ਆਪਣਾ ਏਰੀਆ ਤਲਵੰਡੀ ਸਾਬੋ ਆ ਜਾਂ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਆਲ ਓਵਰ ਪੰਜਾਬ ਲੋਕ, ਆਲ ਓਵਰ ਇੰਡੀਆ ਜਿਹੜੇ ਲੋਕ ਆ ਮਤਲਬ ਦੇ ਆਰ ਓਬੇਇੰਗ ਦ ਕਰਫਿਊ ਰੂਲਸ ਐਂਡ ਬੈਟਰ ਵੇ, ਹਨਾ ਜਿੰਨਾ ਉਹ ਕਰ ਸਕਦੇ ਉਸ ਤਰੀਕੇ ਨਾਲ ਜੋ ਬੇ ਕਰ ਰਹੇ ਜੀ। ਕਿਉਂਕਿ ਸਾਡੀ ਜਨਰੇਸ਼ਨ ਨੇ ਮੇਰੇ ਖਿਆਲ ਨਾਲ ਪਹਿਲਾਂ ਇਦਾਂ ਦੀ ਸਿਚੁਏਸ਼ਨ ਨਹੀਂ ਦੇਖੀ। ਬਹੁਤ ਸਾਰੇ ਨੌਜਵਾਨ ਵੀ ਇਸ ਕਰਕੇ ਕਾਫੀ ਹੱਦ ਤੱਕ ਚਿੰਤਤ ਨੇ ਕਿਉਂਕਿ ਉਹਨਾਂ ਨੇ ਕਦੀ ਇਦਾਂ ਦੇ ਐਮਰਜੈਂਸੀ ਵਰਗੇ ਹਾਲਾਤ ਪਹਿਲਾਂ ਨਹੀਂ ਦੇਖੇ। ਤੇ ਜੇ ਅਸੀਂ ਗੱਲ ਕਰੀਏ ਖਾਸ ਕਰਕੇ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਕਿਸਾਨ ਭਾਈਚਾਰੇ ਦੇ ਅੱਗੇ ਹੈ, ਕਿਸਾਨ ਵੀਰਾਂ ਦੇ ਅੱਗੇ ਹੈ, ਕਿਉਂਕਿ ਉਹਨਾਂ ਦੀ ਫਸਲ ਪੱਕ ਕੇ ਤਿਆਰ ਖੜੀ ਹੈ ਤੇ ਮੰਡੀਆਂ ਦੇ ਵਿੱਚ ਪ੍ਰਬੰਧ ਕਿਹੋ ਜਿਹੇ ਨੇ ਇਸ ਬਾਬਤ ਲਗਾਤਾਰ ਚਿੰਤਾਵਾਂ ਨੇ ਕਿ ਕਿਵੇਂ ਮੰਡੀਆਂ ਦੇ ਵਿੱਚ ਕਣਕ ਜਾ ਕੇ ਸੁੱਟਣੀ ਹੈ ਤੇ ਉਸ ਤੋਂ ਬਾਅਦ ਉਹਦੀ ਖਰੀਦ ਹੋਣੀ ਹੈ ਤੇ ਅਦਾਇਗੀ ਹੋਣੀ ਹੈ। ਪੰਜਾਬ ਸਰਕਾਰ ਨੇ ਹਾਲੇ ਕਿ ਬਹੁਤ ਵੱਡੇ ਪੱਧਰ ਤੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਨੇ, ਦਾਅਵੇ ਕੀਤੇ ਨੇ, ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਵੇਲੇ ਮੰਡੀਆਂ ਦੇ ਹਾਲਾਤ ਤੁਹਾਡੇ ਹਲਕੇ ਦੇ ਵਿੱਚ ਕਿਹੋ ਜਿਹੇ ਨੇ? ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਰਹੀ ਹੈ? ਦੇਖੋ, ਜਿਹੜਾ ਸਭ ਤੋਂ ਪੀਕ ਟਾਈਮ ਹੈ ਇਸ ਵੇਲੇ ਉਹ ਕਿਸਾਨਾਂ ਦਾ, ਕਿ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖੇਤਾਂ ਦੇ ਵਿੱਚ ਆ ਗਈ, ਕਣਕ ਆ ਗਈ। ਸੋ ਉਹਨੂੰ ਨਾਲ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਕਈ ਏਰੀਆਜ਼ ਦੇ ਵਿੱਚ ਕਣਕ ਜਿਹੜੀ ਉਹ ਮੰਡੀ 'ਚ ਆ ਗਈ, ਪਰ ਕਈ ਜਗ੍ਹਾ ਤੇ ਨਹੀਂ ਆਈ। ਵਿਦਨ 2-3 ਡੇਜ਼ ਜਾਂ ਵਿਦਨ ਅ ਵੀਕ ਮਤਲਬ ਆਲਮੋਸਟ ਸਾਰੇ ਪੰਜਾਬ 'ਚ ਸਟਾਰਟ ਹੋ ਚੁੱਕੀ। ਸੋ ਉੱਥੇ ਮਤਲਬ ਜਿਹੜੀਆਂ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ 2-3 ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀਗੀਆਂ ਕਿ ਇੱਕ ਤਾਂ ਜਿਹੜੀ ਗਵਰਨਮੈਂਟ ਨੇ ਇਸ ਵਾਰੀ ਇੱਕ ਪਾਸ ਜਿਹੜਾ ਕਿਸਾਨਾਂ ਦਾ ਬਣਾਇਆ ਉਹਦੀ ਇੱਕ ਲਿਮਿਟ ਰੱਖ ਦਿੱਤੀ ਕਿ 24 ਆਵਰਸ ਹੀ ਤੁਹਾਡਾ ਪਾਸ ਕੰਮ ਕਰੂਗਾ, ਕਿ ਜਦੋਂ 24 ਆਵਰਸ ਤੁਹਾਡੇ ਕੰਪਲੀਟ ਹੋ ਗਏ ਆਟੋਮੈਟਿਕਲੀ ਜਿਹੜਾ ਤੁਹਾਡਾ ਪਾਸ ਆ ਉਹ ਤੁਹਾਨੂੰ ਦੁਬਾਰਾ ਤੋਂ ਬਣਾਉਣਾ ਪਊਗਾ ਜਾਂ ਫਿਰ ਪਾਸ ਦੀ ਤੁਹਾਡੀ ਵੈਲਿਡਿਟੀ ਖਤਮ ਹੋ ਜਾਊਗੀ। ਅੱਛਾ, ਸੈਕਿੰਡ ਜਿਹੜੀ ਪ੍ਰੋਬਲਮ ਕਿਸਾਨਾਂ ਨੂੰ ਆ ਰਹੀ ਸੀਗੀ ਇਹ ਸੀਗੀ ਕਿ ਉਹਨਾਂ ਦੀ ਕਣਕ ਆ ਜਿਹੜੀ ਮਤਲਬ ਉਹਨਾਂ ਦੀ ਇੰਨੀ ਕਿਤੇ ਚ ਸਮੈਸ਼ਨ ਹੈ ਕਿਸਾਨਾਂ ਦੇ ਕਿ ਸਾਡੀ ਕਣਕ ਜਿਵੇਂ ਅਸੀਂ ਮੰਡੀ 'ਚ ਲੈ ਕੇ ਆਉਂਦੇ ਆ ਉਦੋਂ ਹੀ ਤਲਾਈ ਜਾਵੇ, ਨਾ ਕਿ ਉਹਨਾਂ ਨੂੰ ਪੂਰਾ ਦਿਨ ਕਣਕ ਲਈ ਵੇਟ ਕਰਨਾ ਪਵੇ ਜਾਂ ਉਹਨਾਂ ਨੂੰ ਧੁੱਪੇ ਬੈਠਣਾ ਪਵੇ ਜਾਂ ਉਹਨਾਂ ਨੂੰ ਮੰਡੀਆਂ 'ਚ ਵੇਟ ਕਰਨਾ ਪਵੇ। ਇਹ ਨਹੀਂ ਹੈਗਾ ਕਿ ਜੇ ਕਿਸਾਨ ਕਣਕ ਸਵੇਰੇ ਲੈ ਕੇ ਆਉਂਦਾ ਤਾਂ ਸ਼ਾਮ ਨੂੰ ਉਹਦੀ ਤੋੜ ਲੱਗੀ। ਸੋ ਤੀਸਰਾ ਉਹਨਾਂ ਦਾ ਸੀਗਾ ਕਿ ਜਿਵੇਂ ਇੱਕ ਜਿਹੜੀ ਵੱਡੀ ਪ੍ਰੋਬਲਮ ਕਿ ਕਿਸਾਨ ਨੂੰ ਅਲਾਉ ਕੀਤਾ ਜਾਵੇ ਕਿ ਉਹਦੀ ਟਰਾਲੀ 'ਚ ਕਿੰਨੀ ਕਣਕ ਪੈਂਦੀ ਆ। ਇਹ ਨਹੀਂ ਹੈ ਕਿ ਉਹਨੂੰ ਲਿਮਿਟ ਦੇ ਦਿੱਤੀ ਜਾਵੇ ਕਿ ਤੂੰ ਬਈ 50 ਕੁਇੰਟਲ ਕਣਕ ਪਾ ਕੇ ਟਰਾਲੀ 'ਚ ਲੈ ਕੇ ਆਉਣੀ ਹੈ, ਇਸ ਤੋਂ ਬਾਅਦ ਤੂੰ ਕਣਕ ਨਹੀਂ ਪਾ ਸਕਦਾ। ਠੀਕ ਹੈ, ਜਿਹੜੇ ਸਾਡੇ ਪ੍ਰੀਕਾਸ਼ਨਸ ਆ, ਜਿਹੜੇ ਅਸੀਂ ਧਿਆਨ ਰੱਖਣ ਦੀਆਂ ਗੱਲਾਂ ਬਣਦੀਆਂ ਨੇ ਕਿ ਮਾਸਕ ਜ਼ਰੂਰੀ ਆ ਕਿਸਾਨਾਂ ਨੂੰ, ਉਹ ਸਾਰੀਆਂ ਚੀਜ਼ਾਂ ਮਤਲਬ ਇੱਕ ਦੂਰੀ ਬਣਾ ਕੇ ਰੱਖਣੀ ਉਹ ਜ਼ਰੂਰੀ ਆ। ਜਿਹੜੇ ਸਾਡੇ ਲਈ ਇਸ ਵੇਲੇ ਸਾਰੀਆਂ ਲਿਮਿਟੇਸ਼ਨਸ ਨੂੰ ਉਹਨਾਂ ਨੂੰ ਫੋਲੋ ਕਰਨਾ
ਉਹ ਸਾਰੇ ਕਿਸਾਨ ਕਰਨਗੇ। ਆਬਵੀਅਸਲੀ ਉਹਨਾਂ ਨੂੰ ਵੀ ਸਭ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਸਭ ਨੂੰ ਆਪਣੀ ਜਾਨ ਪਿਆਰੀ ਆ, ਪਰ ਜਿੰਨੀਆਂ ਕੁ ਕਿਸਾਨ ਜਿਹੜੇ ਮੰਡੀ 'ਚ ਇਸ ਵੇਲੇ ਪਹੁੰਚ ਰਹੇ ਨੇ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਆਉਣਗੇ, ਉਹਨਾਂ ਸਾਰਿਆਂ ਦੀਆਂ ਇਹ ਡਿਮਾਂਡਸ ਜਿਹੜੀਆਂ ਨੇ ਉਹ ਅੱਜ ਮੈਂ ਜ਼ਰੂਰ ਮੀਡੀਆ ਦੇ ਰਾਹੀਂ ਮੈਂ ਸਰਕਾਰ ਤੱਕ ਪਹੁੰਚਾਉਣਾ ਚਾਹੂੰਗੀ ਕਿ ਉਹਨਾਂ ਦੇ ਵਿੱਚ ਕਮ ਸੇ ਕਮ ਉਹਨਾਂ ਨੂੰ ਸੁਣਿਆ ਜਾਵੇ ਤੇ ਜਿਵੇਂ ਉਹ ਚਾਹੁੰਦੇ ਆ ਉਸ ਅਕੋਰਡਿੰਗ ਕੰਮ ਕੀਤਾ ਜਾਵੇ। ਬਿਲਕੁਲ, ਤੁਹਾਡਾ ਕਹਿਣ ਦਾ ਭਾਵ ਇਹ ਕਿ ਜਾਣੀ ਕਿ ਜਿਹੜੇ ਇੱਕ 50 ਕੁਇੰਟਲ ਲਿਮਿਟ ਰੱਖ ਦਿੱਤੀ ਗਈ ਹੈ ਇੱਕ ਕੂਪਨ ਤੇ, ਤਾਂ ਉਹ ਲਿਮਿਟ ਹਟਾਈ ਜਾਣੀ ਚਾਹੀਦੀ ਤੁਹਾਡੇ ਹਿਸਾਬ ਦੇ ਨਾਲ, ਜਾਣੀ ਕਿ ਜਿੰਨੀ ਵੀ ਇੱਕ ਟਰਾਲੀ ਦੇ ਵਿੱਚ ਇਹ ਕਿਸਾਨ ਦੀ ਮੰਗ ਆ ਕਿ ਉਹਨਾਂ ਨੂੰ 50 ਕੁਇੰਟਲ ਦੀ ਲਿਮਿਟ ਰੱਖ ਕੇ ਉਦੋਂ ਤੱਕ ਸੀਮਿਤ ਨਾ ਕੀਤਾ ਜਾਵੇ। ਅਗਰ ਉਹਦੀ ਟਰਾਲੀ ਵੱਡੀ ਆ, ਜੇ ਉਹਦੇ 'ਚ ਵੱਧ ਕਣਕ ਪੈਂਦੀ ਆ ਤਾਂ ਉਹਨੂੰ ਵਧਾ ਦਿੱਤਾ ਜਾਵੇ। ਮੇਰੇ ਖਿਆਲ ਨਾਲ ਵਧਾ ਦੇਣਾ ਚਾਹੀਦਾ ਅਗਰ ਕਿਸਾਨ ਸਾਡੀ ਮੰਗ ਕਰ ਰਹੇ ਆ ਤਾਂ। ਜੀ, ਤੇ ਜੇ ਅਸੀਂ ਮੌਜੂਦਾ ਸਥਿਤੀ ਨੂੰ ਲੈ ਕੇ ਜਿਹੜੀ ਇਸ ਵੇਲੇ ਮਾਹੌਲ ਬਣਿਆ ਹੋਇਆ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਲਗਾਤਾਰ, ਤੇ ਪੰਜਾਬ ਦੇ ਵਿੱਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਤੇ ਇੱਕ ਵੱਡੀ ਚਿੰਤਾ ਇਹ ਵੀ ਹੈ ਕਿ ਕਿਤੇ ਨਾ ਕਿਤੇ ਟੈਸਟ ਜਿਹੜੇ ਨੇ ਉਸ ਪੱਧਰ ਤੇ ਨਹੀਂ ਹੋ ਰਹੇ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹ ਟੈਸਟ ਨੇ ਇਹਨਾਂ ਦੇ ਪਿੱਛੇ ਤੁਹਾਨੂੰ ਕਾਰਨ ਕੀ ਲੱਗਦਾ? ਕਿਉਂਕਿ ਅਸੀਂ ਲਗਾਤਾਰ ਜਦੋਂ ਸਵਾਲ ਕਰਦੇ ਤਾਂ ਇਹ ਸਵਾਲਾਂ ਦਾ ਜਵਾਬ ਇਹੀ ਮਿਲਦਾ ਕਿ ਕਿਤੇ ਨਾ ਕਿਤੇ ਜਿਹੜੇ ਟੈਸਟ ਕਰਨ ਵਾਲੀਆਂ ਕਿਟਸ ਨੇ ਉਹਨਾਂ ਦੀ ਕਟੌਤੀ ਹੈ, ਕਾਫੀ ਘਾਟ ਹੈ ਪਿੱਛੋਂ, ਇਸ ਕਰਕੇ ਉਹ ਨਹੀਂ ਮਿਲ ਰਹੀ। ਦੇਖੋ ਮਤਲਬ ਇਹ ਟਾਈਮ ਇਹੋ ਜਿਹਾ ਟਾਈਮ ਆ ਕਿ ਜਿੱਥੇ ਕੋਈ ਵੀ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਕਿ ਜੇ ਕੋਈ ਵੀ ਸਟੇਟਮੈਂਟ ਆਉਂਦੀ ਹੈਗੀ ਆ ਤਾਂ ਐਟਲੀਸਟ ਮੈਂ ਇੰਨੀ ਗੁਜ਼ਾਰਿਸ਼ ਕਰੂੰਗੀ ਵੀ ਡੋਂਟ ਟੇਕ ਇਟ ਐਜ਼ ਇਨ ਅ ਪੋਲੀਟੀਕਲ ਸੈਂਸ। ਉਹਨੂੰ ਕਮ ਸੇ ਕਮ ਇਸ ਟਾਈਮ ਦੌਰਾਨ ਵੀ ਉਹਨੂੰ ਪੋਲੀਟੀਕਲ ਸੈਂਸ ਦੇ ਵਿੱਚ ਉਹਦਾ ਪੋਲੀਟੀਕਲ ਮਤਲਬ ਨਾ ਕੱਢਿਆ ਜਾਵੇ। ਇਹ ਭਾਵੇਂ ਆਮ ਆਦਮੀ ਪਾਰਟੀ ਅੱਜ ਆਪੋਜੀਸ਼ਨ 'ਚ ਬੈਠੀ ਆ, ਪਰ ਹਾਂ ਅਫਕੋਰਸ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਜਿਹੜੇ ਸਰਕਾਰ ਦੇ ਚੰਗੇ ਫੈਸਲੇ ਆਉਂਦੇ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ, ਤੇ ਵੀ ਆਰ ਆਲਵੇਜ਼ ਰੈਡੀ ਕਿ ਸਾਡੀ ਡਿਊਟੀ ਲਾਵੇ ਸਰਕਾਰ, ਅਸੀਂ ਤਿਆਰ ਬੈਠੇ ਹਾਂ, ਅਸੀਂ ਉਹਨਾਂ ਦੇ ਨਾਲ ਹੱਥ ਵਟਾਉਣ ਲਈ ਤਿਆਰ ਹਾਂ, ਸਾਨੂੰ ਦੱਸੇ। ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹੂੰਗੀ ਕਿ ਅਫਕੋਰਸ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਵੱਡੀ ਪ੍ਰੋਬਲਮ ਆ ਰਹੀ ਆ ਕਿ ਉਹ ਟੈਸਟ ਦੀ ਆ ਰਹੀ ਕਿ ਸਾਡੀ ਸਰਕਾਰ ਕੋਲ ਟੈਸਟ ਅਵੇਲੇਬਲ ਨਹੀਂ ਹੈਗੇ ਕਿਉਂਕਿ ਇਹ ਤਾਂ ਦੇਖੋ ਕਿਸੇ ਤੋਂ ਲੁਕੇ ਨਹੀਂ ਹੈਗੇ ਜਿਹੜੇ ਹਾਲਾਤ ਨੇ ਪੰਜਾਬ ਦੇ। ਉਹ ਇਹ ਆ ਕਿ ਅੱਜ ਤੋਂ ਸ਼ੁਰੂ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਜਿਹੜੇ ਹਸਪੀਟਲਸ ਆ ਖਾਲੀ ਆ, ਉੱਥੇ ਕੋਈ ਡਾਕਟਰ ਨਹੀਂ ਹੈਗੇ। ਸੋ ਹਸਪੀਟਲ ਦੀ ਸਥਿਤੀ ਇੰਨੀ ਮਾੜੀ ਰਹੀ ਆ ਹੁਣ ਤੱਕ, ਤੇ ਪਰ ਉਹਦੇ ਨਾਲ ਨਾਲ ਇਸ ਵੇਲੇ ਸਰਕਾਰ ਨੂੰ ਜਿਹੜਾ ਇੱਕ ਪੂਰੇ ਦਾ ਪੂਰਾ ਫੋਕਸ ਇਸ ਤੇ ਕਰ ਦੇਣਾ ਚਾਹੀਦਾ ਸੀਗਾ ਕਿ ਜਿਵੇਂ ਭਾਵੇਂ ਦਿੱਲੀ ਦੀ ਆਪਾਂ ਐਗਜ਼ਾਮਪਲ ਲੈ ਲਈਏ ਕਿ ਜਿਵੇਂ ਇੱਕ ਪਾਰਟਿਕੂਲਰ ਏਰੀਆ ਟੈਸਟ ਦੇ ਥਰੂ ਕੱਢ ਦਿੱਤਾ, ਫਿਰ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਐਲਾਨ ਕਰ ਦਿੱਤਾ। ਸੋ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਪੰਜਾਬ 'ਚ ਵੀ ਕੀਤੀਆਂ ਜਾ ਸਕਦੀਆਂ ਸੀਗੀਆਂ। ਪੰਜਾਬ 'ਚ ਵੀ ਟੈਸਟਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਸੀ, ਪੰਜਾਬ 'ਚ ਵੀ ਟੈਸਟ ਫ੍ਰੀਕੁਐਂਟਲੀ ਕੀਤੇ ਜਾ ਸਕਦੇ ਸੀਗੇ, ਪੰਜਾਬ ਦੇ ਵਿੱਚ ਵੀ ਡਾਕਟਰਸ ਨੂੰ ਜਿਹੜੀਆਂ ਫੈਸਿਲਿਟੀਜ਼ ਨੇ, ਟੈਸਟ ਕਿਟਸ ਨੇ, ਉਹ ਅਵੇਲੇਬਲ ਕਰਾਈਆਂ ਜਾ ਸਕਦੀਆਂ। ਬਟ ਅਸੀਂ ਦੇਖੀਏ ਤਾਂ ਹਜੇ ਤੱਕ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ 'ਚ ਬਹੁਤ ਜ਼ਿਆਦਾ ਕਮੀ ਆ। ਜੀ ਬਿਲਕੁਲ, ਇਸ ਬਾਬਤ ਇੱਕ ਵੱਡੀ ਚੁਣੌਤੀ ਹੈ ਸਾਡੇ ਲਈ, ਵੱਡੀ ਪ੍ਰੋਬਲਮ ਸਾਡੇ ਸਾਹਮਣੇ ਆ ਰਹੀ ਹੈ। ਜੀ ਬਿਲਕੁਲ, ਇਸ ਬਾਬਤ ਜਦੋਂ ਸਵਾਲ ਜਵਾਬ ਅਸੀਂ ਵੀ ਕਰਦੇ ਹਾਂ ਕਿਉਂਕਿ ਲਗਾਤਾਰ ਸਾਡਾ ਵੀ ਰਾਬਤਾ ਹੋ ਰਿਹਾ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਜਦੋਂ ਮੰਗ ਕੀਤੀ ਹੋਈ ਆ 10 ਲੱਖ ਕਿੱਟਾਂ ਦੀ, ਤਾਂ ਹਾਲੇ ਤੱਕ ਸਾਡੇ ਤੱਕ 1000 ਕਿੱਟਾਂ ਹੀ ਪਹੁੰਚੀਆਂ। ਬੀਤੇ ਦਿਨ ਦੀ ਸਟੇਟਮੈਂਟ ਸੀਗੀ, ਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨੇ ਕਿੱਟਸ ਸਾਡੇ ਤੋਂ ਹੈਗੀਆਂ ਤੇ ਅਸੀਂ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਤੇ ਤੁਹਾਨੂੰ ਲੱਗਦਾ ਕਿ ਇਸ ਵੇਲੇ ਦੇਸ਼ ਪੱਧਰ ਤੇ ਵੀ ਕੋਸ਼ਿਸ਼ ਹੋਣੀ ਚਾਹੀਦੀ ਕਿਉਂਕਿ ਮੈਡੀਕਲ ਕਿੱਟਸ ਕਿਤੇ ਨਾ ਕਿਤੇ ਕਮੀ ਪਿੱਛੋਂ ਵੀ ਆ ਰਹੀ ਹੈ ਇਸ ਵੇਲੇ, ਵੱਡੀ ਕਟੌਤੀ ਇਸ ਵੇਲੇ, ਕਿਉਂਕਿ ਜਿਹੜੇ ਡਾਕਟਰਸ ਔਨ ਡਿਊਟੀ ਬੈਠੇ ਆ ਹਨਾ, ਮਤਲਬ ਰੂਲਸ ਤਾਂ ਉਹਨਾਂ ਲਈ ਵੀ ਸੇਮ ਆ, ਲਿਮਿਟੇਸ਼ਨਸ ਉਹਨਾਂ ਲਈ ਵੀ ਸੇਮ ਆ, ਪ੍ਰੀਕਾਸ਼ਨਸ ਉਹਨਾਂ ਲਈ ਵੀ ਸੇਮ ਆ। ਆਈ ਮੀਨ ਦੇ ਆਰ ਆਲਸੋ ਹਿਊਮਨ ਬੀਇੰਗ। ਜੇ ਉਹ ਆਪਣੀ ਜਾਨ ਤੇ ਖੇਡ ਕੇ ਆਪਣਾ ਮਨੁੱਖਤਾ ਦਾ ਫਰਜ਼ ਨਿਭਾ ਰਹੇ ਆ ਤਾਂ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਲਈ ਕੁਛ ਨਾ ਕੁਛ ਸਰਕਾਰ ਜ਼ਰੂਰ ਸੋਚੇ, ਉਹਨਾਂ ਲਈ ਜ਼ਰੂਰ ਕੁਛ ਨਾ ਕੁਛ ਕਰੇ, ਉਹਨਾਂ ਨੂੰ ਸਮਾਨ ਮੁਹੱਈਆ ਕਰਾ ਕੇ ਪਹਿਲਾ ਸਟੈਪ ਜਿਹੜਾ ਗਵਰਨਮੈਂਟ ਦਾ ਹੋਣਾ ਚਾਹੀਦਾ ਹੈ। ਤੁਸੀਂ ਇੱਕ ਹਲਕੇ ਦੀ ਵਿਧਾਇਕ ਹੋ ਤੇ ਉੱਥੇ ਜਾ ਕੇ ਇੱਕ ਪੂਰੇ ਹਲਕੇ ਦੇ ਲੋਕਾਂ ਦੇ ਨੁਮਾਇੰਦੇ ਹੋ, ਤੇ ਤੁਹਾਡੇ ਵੱਲੋਂ ਕੀ ਐਫਰਟ ਕੀਤੇ ਜਾ ਰਹੇ ਨੇ ਹੁਣ ਤੱਕ ਜਾਂ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਆਪਣੇ ਹਲਕੇ ਦੇ ਵਿੱਚ ਤਾਂ ਜੋ ਲੋਕਾਂ ਨੂੰ, ਜੇ ਕੋਈ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਇਸ ਵੇਲੇ ਕਿ ਬਹੁਤ ਸਾਰੇ ਲੋਕ ਐਸੇ ਵੀ ਨੇ ਕਿ ਆਵਾਜ਼ਾਰ ਨੇ ਇਸ ਵੇਲੇ ਰੋਟੀ ਤੋਂ, ਕਿਉਂਕਿ ਦਿਹਾੜੀ ਟੁੱਕ ਕਰਨ ਵਾਲੇ ਲੋਕ ਸਨ, ਰੋਜ਼ਾਨਾ ਕਮਾਉਂਦੇ ਸਨ ਤੇ ਰੋਜ਼ਾਨਾ ਖਾਂਦੇ ਸਨ, ਤਾਂ ਉਹਨਾਂ ਤੱਕ ਤੁਹਾਡੀ ਕੋਈ ਪਹੁੰਚ ਕੀਤੀ ਗਈ ਹੈ? ਤੁਹਾਡੇ ਵੱਲੋਂ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਜ਼ਮੀਨੀ ਪੱਧਰ ਤੇ? ਦੇਖੋ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਲਗਾਤਾਰ ਜਿਹੜਾ ਡੀਸੀ ਸਾਹਿਬ ਦੇ ਨਾਲ ਟੱਚ ਰਵਾਂ, ਮੈਂ ਲਗਾਤਾਰ ਉਹਨਾਂ ਦੇ ਨਾਲ ਟੱਚ ਹਾਂ, ਤੇ ਮੈਂ ਉਹਨਾਂ ਨੂੰ ਬਹੁਤ ਵਾਰੀ ਗੁਜ਼ਾਰਿਸ਼ ਕੀਤੀ ਹੈ ਕਿ ਮੈਂ ਫੀਲਡ ਦੇ ਵਿੱਚ ਜਾਣਾ ਚਾਹੁੰਦੀ ਹਾਂ, ਮੈਨੂੰ ਤੁਸੀਂ ਅਲਾਉ ਕਰੋ। ਬਟ ਜਿਵੇਂ ਬਾਕੀਆਂ ਲਈ ਰੂਲਸ ਨੇ ਸੋ ਮੇਰੇ ਲਈ ਵੀ ਰੂਲਸ ਨੇ ਹਨਾ, ਮੈਨੂੰ ਨਹੀਂ ਅਲਾਉ ਕੀਤਾ ਗਿਆ।
ਤੇ ਲਗਾਤਾਰ ਮੈਂ ਆਪਦੇ ਲੋਕਾਂ ਦੇ ਨਾਲ ਫੋਨ ਤੇ ਟੱਚ ਹਾਂ, ਲਗਾਤਾਰ ਜੋ ਉਹਨਾਂ ਨਾਲ ਮੁਸ਼ਕਿਲ ਆ ਰਹੀਆਂ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਇੱਕ ਵੱਡੀ ਪ੍ਰੋਬਲਮ ਇਹ ਆ ਰਹੀ ਕਿ ਸਰਕਾਰ ਨੇ ਜਿਹੜੇ ਇਸ ਵੇਲੇ ਹੈਲਪਲਾਈਨ ਨੰਬਰ ਉਹਨਾਂ ਨੂੰ ਭੇਜੇ ਹੈਗੇ ਨੇ, ਲੋਕਾਂ ਤੱਕ ਪਹੁੰਚਦੇ ਕੀਤੇ ਹੈ, ਉਹ ਹੈਲਪਲਾਈਨ ਨੰਬਰ ਵੀ ਕੰਮ ਨਹੀਂ ਕਰਨੇ। ਕਹਿੰਦਾ ਮਤਲਬ ਜਦੋਂ ਵੀ ਲੋਕਾਂ ਦੀ ਕਾਲ ਉਸ ਹੈਲਪਲਾਈਨ ਨੰਬਰ ਤੱਕ ਪਹੁੰਚਦੀ ਹੈ ਤਾਂ ਉਹਨੂੰ ਅੱਗੇ ਦੀ ਅੱਗੇ ਟ੍ਰਾਂਸਫਰ ਕਰਕੇ ਨਾ ਤੇ ਉਹ ਗੱਲ ਉਹਨਾਂ ਦੇ ਵਿਚਾਲੇ ਰਹਿ ਜਾਂਦੀ ਹੈ, ਮਤਲਬ ਉਹਨਾਂ ਨੂੰ ਕੋਈ ਸੁਣਨ ਵਾਲਾ ਹੈ ਨਹੀਂਗਾ। ਸੋ ਇਹੋ ਜਿਹੀਆਂ ਮੁਸ਼ਕਿਲਾਂ ਵੀ, ਇਹੋ ਜਿਹੇ ਚੈਲੰਜ ਵੀ ਲੋਕਾਂ ਦੇ ਸਾਹਮਣੇ ਆ ਰਹੇ ਆ। ਸੋ ਮੇਰੀ ਲਗਾਤਾਰ ਕੋਸ਼ਿਸ਼ ਹੈ ਕਿ ਮੈਂ ਆਪਣੇ ਲੋਕਾਂ ਦੇ ਨਾਲ ਟੱਚ ਰਹਾਂ। ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੀ ਗੁਜ਼ਾਰਿਸ਼ ਹੈ ਕਿ ਜਿੱਥੇ ਮੇਰੇ ਲੋਕ ਮੇਰੀ ਡਿਊਟੀ ਲਾਉਂਦੇ ਆ, ਮੈਨੂੰ ਜਾਂ ਪ੍ਰਸ਼ਾਸਨ ਮੈਨੂੰ ਅਲਾਉ ਕਰੇ, ਮੈਂ ਚਾਹੁੰਦੀ ਆ ਇਹ ਮੈਨੂੰ ਕੋਈ ਜ਼ਿੰਮੇਵਾਰੀ ਦੇਵੇ ਤਾਂ ਮੈਂ ਆਲਵੇਜ਼ ਤਿਆਰ ਹਾਂ ਉਹਨਾਂ ਦੇ ਵਿੱਚ ਜਾ ਕੇ ਖੜੇ ਹੋਣ ਨੂੰ। ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਨਿਭਾਉਣ ਵਾਲੀਆਂ ਨੇ ਜਾਂ ਫਿਰ ਕੀ ਉਹਨਾਂ ਲਈ ਮੈਂ ਕਰ ਸਕਦੀ ਹਾਂ, ਮੈਂ ਕਮਿਟਡ ਹੈ ਐਂਡ ਆਲਵੇਜ਼ ਰੈਡੀ। ਬਿਲਕੁਲ, ਬਹੁਤ ਸਾਰੇ ਲੋਕ ਸਾਡੇ ਨਾਲ ਕਮੈਂਟ ਆਪਣੇ ਸਾਂਝੇ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਰਿਹਾਨ ਗਿੱਲ ਕਹਿੰਦੇ ਨੇ ਕਿ ਤੁਹਾਡੀ ਸਿਹਤ ਖਰਾਬ ਲੱਗ ਰਹੀ ਹੈ, ਤੁਸੀਂ ਆਪਣਾ ਇਲਾਜ ਕਰਵਾ ਰਹੇ ਹੋ ਜੀ। ਬਹੁਤ ਸਾਰੇ ਕਮੈਂਟ ਸਾਡੇ ਨਾਲ ਸਾਂਝੇ ਹੋ ਰਹੇ ਨੇ ਲੋਕਾਂ ਦੇ। ਠੀਕ ਹੈ ਜੀ, ਥੈਂਕ ਯੂ ਮੇਰੇ ਵੀਰ ਜਿਹਨੇ ਵੀ ਕਿਸੇ ਨੇ ਇਹ ਗੱਲ ਕਹੀ ਹੈਗੀ ਆ। ਤੇ ਕਿਉਂਕਿ ਮੇਰੇ ਖਿਆਲ ਦੇ ਨਾਲ ਇੱਕ ਵਾਇਰਸ ਦੇ ਨਾਲ ਇੱਕ ਸੀਜ਼ਨਲ ਜਿਹੜਾ ਵਾਇਰਲ ਆ ਉਹ ਵੀ ਚੱਲੀ ਜਾਂਦਾ ਹੈ ਜੀ ਜੀ। ਤੇ ਬਿਲਕੁਲ ਚਲੋ ਫਿਕਰਮੰਦ ਹੈ, ਥੈਂਕ ਯੂ। ਬਹੁਤ ਸਾਰੇ ਲੋਕ ਹਾਂਜੀ ਆਪਣੇ ਉਹਨਾਂ ਦੇ ਹੁੰਦਾ ਹੈ ਕਿ ਅਸੀਂ ਸਵਾਲ ਕਰੀਏ, ਨਾਲ ਦੀ ਨਾਲ ਬਹੁਤ ਸਾਰੇ ਲੋਕ ਅਜਿਹਾ ਵੀ ਕਹਿ ਰਹੇ ਨੇ। ਦੀਪਕ ਗਰੋਵਰ ਕਹਿ ਰਹੇ ਨੇ ਕਿ PPE ਕਿਟਸ ਚਾਹੀਦੀਆਂ ਨੇ ਤਾਂ ਸਾਡੇ ਤੱਕ ਰਾਬਤਾ ਕੀਤਾ ਜਾਵੇ। ਇਸ ਤੋਂ ਇਲਾਵਾ ਕਪੂਰ ਸੁਰਿੰਦਰ ਵੀ ਆਪਣੇ ਵੱਲੋਂ ਆਪਣਾ ਕਮੈਂਟ ਸਾਂਝਾ ਕਰ ਰਹੇ ਨੇ ਕਿ ਪੁਲਿਸ ਇਸ ਵੇਲੇ ਵਧੀਆ ਕੰਮ ਕਰ ਰਹੀ, ਜਿਵੇਂ ਕਿ ਤੁਸੀਂ ਵੀ ਕਿਹਾ। ਤੇ ਮੈਮ ਜੇ ਅਸੀਂ ਗੱਲ ਕਰੀਏ ਹੁਣ ਜਿਹੜੀ ਇਸ ਸਿਚੁਏਸ਼ਨ ਨਾਲ ਇਸ ਵੇਲੇ ਅਸੀਂ ਲੜ ਰਹੇ ਹਾਂ, ਕਿਉਂਕਿ ਬਹੁਤ ਸਾਰੇ ਥਾਵਾਂ ਤੋਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿੱਥੇ ਲੋਕ ਕਾਫੀ ਚਿੰਤਤ ਨੇ ਕਿਉਂਕਿ ਉਹਨਾਂ ਦੇ ਘਰਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ। ਤੁਹਾਡੇ ਹਿਸਾਬ ਨਾਲ ਕੀ ਸਟ੍ਰੈਟਜੀ ਵਰਤਣੀ ਚਾਹੀਦੀ ਹੈ, ਕੀ ਕੋਸ਼ਿਸ਼ ਹੁਣ ਕਰਨੀ ਚਾਹੀਦੀ ਹੈ ਸਰਕਾਰ ਨੂੰ? ਕਿਉਂਕਿ ਲਾਕਡਾਊਨ 1 ਮਈ ਤੱਕ ਵਧਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ, ਉਸ ਤੋਂ ਬਾਅਦ ਕੇਂਦਰ ਸਰਕਾਰ 3 ਮਈ ਤੱਕ ਵਧਾ ਦਿੰਦੀ ਹੈ। ਪਰ ਬਹੁਤ ਥਾਵਾਂ ਤੇ ਵੀਡੀਓ ਦੇਸ਼ ਭਰ ਤੋਂ ਵੀ ਸਾਹਮਣੇ ਆਈਆਂ ਜਿੱਥੇ ਲੋਕ ਕਹਿੰਦੇ ਨੇ ਕਿ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਸਾਨੂੰ ਆਪਣੇ ਪਿੰਡਾਂ ਤੱਕ, ਆਪਣੇ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਗਏ ਹੋਏ ਨੇ ਲੋਕ, ਸਾਨੂੰ ਆਪਣੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇ। ਤੁਹਾਡੇ ਹਿਸਾਬ ਦੇ ਨਾਲ ਇਸ ਵੇਲੇ ਕੀ ਸਟੈਪ ਜਿਹੜੇ ਨੇ ਅਹਿਮ ਇਸ ਵੇਲੇ ਲੈ ਲੈਣੇ ਚਾਹੀਦੇ ਨੇ? ਜਿਵੇਂ ਸਰਕਾਰ ਨੂੰ ਜਿਵੇਂ ਦਿੱਲੀ 'ਚ ਐਲਾਨ ਕੀਤੇ ਹੈਗੇ ਆ ਕਿ ਜਿਹੜੀਆਂ ਵਿਧਵਾਵਾਂ ਨੇ ਉਹਨਾਂ ਨੂੰ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਜਾਂ ਫਿਰ ਪੈਕੇजेस ਅਨਾਉਂਸ ਕੀਤੇ ਨੇ, ਸੋ ਮਤਲਬ ਬੈਟਰ ਹੋਊਗਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੁਝ ਪੈਕੇਜ ਅਨਾਉਂਸ ਕਰਕੇ ਤੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ। ਸੈਕਿੰਡ ਆਉਂਦੀ ਹੈ ਕਿ ਜਦੋਂ ਤੱਕ ਰਾਸ਼ਨ ਦੀ ਗੱਲ, ਰਾਸ਼ਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜੇ ਹੁਣ ਤੱਕ ਇਸ ਸਰਕਾਰ ਦੀ ਛਤਰ ਛਾਇਆ ਲੈ ਕੇ ਮਤਲਬ ਇੱਕ ਡਿਸਕ੍ਰਿਮੀਨੇਸ਼ਨ ਬੇਸਿਸ ਤੇ ਰਾਸ਼ਨ ਵੰਡਦੇ ਆ, ਕਿਰਪਾ ਕਰਕੇ ਉਹ ਬੰਦ ਕਰ ਦਿਓ। ਕਿਉਂਕਿ ਇਹ ਟਾਈਮ ਨਹੀਂ ਹੈਗਾ ਕਿ ਆਪਾਂ ਕੋਈ ਇੱਕ ਡਿਸਕ੍ਰਿਮੀਨੇਸ਼ਨ ਕਰੀਏ ਲੋਕਾਂ ਦੇ ਵਿੱਚ, ਆਪਾਂ ਵੰਡੀਆਂ ਪਾ ਕੇ ਚੱਲੀਏ। ਆਪਣਾ ਮਤਲਬ ਇੰਨਾ ਕਿ ਅਸੀਂ ਸਭ ਨੂੰ ਰਾਸ਼ਨ ਪਹੁੰਚਦਾ ਕਰੀਏ। ਸੋ ਉਹਨਾਂ ਵੀਰਾਂ ਨੂੰ ਵੀ ਮੈਂ ਸਲਾਮ ਕਰਦੀ ਹਾਂ ਜੀ ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬੇਨਤੀਆਂ ਬੁਲਾਉਂਦੇ ਨੇ, ਪਿੰਡਾਂ ਦੇ ਵਿੱਚ ਜਿਵੇਂ ਦੁੱਧ ਇਕੱਠਾ ਕਰਦੇ ਨੇ, ਪ੍ਰਸ਼ਾਦੇ ਇਕੱਠੇ ਕਰਦੇ ਨੇ, ਦਾਲ ਸਬਜ਼ੀ ਇਕੱਠੇ ਕਰਦੇ ਨੇ ਗੁਰੂ ਘਰਾਂ ਦੇ ਵਿੱਚ, ਤੇ ਫਿਰ ਗਰੀਬ ਘਰਾਂ ਤੱਕ ਜਿਹੜੇ ਆ ਉਹ ਵਿਚਾਰੇ ਰੋਜ਼ ਨਿਭਾ ਕੇ ਹੁੰਦੇ ਆ, ਗਰੀਬ ਘਰਾਂ ਤੱਕ ਵੰਡ ਕੇ ਹੁੰਦੇ ਆ। ਸੋ ਉਹਨਾਂ ਨੂੰ ਵੀ ਸਲਾਮ ਆ ਮੇਰਾ। ਸੋ ਇਹੀ ਹੋਊਗਾ ਕਿ ਅਸੀਂ ਇੱਕ ਆ ਜਿਹੜੀਆਂ ਘਟੀਆ ਗੱਲਾਂ ਸੋਚਣੀਆਂ ਕਿ ਇਹ ਆਮ ਆਦਮੀ ਪਾਰਟੀ ਹੈ, ਇਹ ਜੀ ਕਾਂਗਰਸ ਹੈ, ਇਹ ਜੀ ਅਕਾਲੀ ਦਲ ਹੈ, ਇਹਨੇ ਤਾਂ PP ਨੂੰ ਵੋਟ ਪਾਈ, ਫਲਾਨਾ ਕੀਤਾ, ਟੈਂਕਾ ਕੀਤਾ। ਸੋ ਉਹਨਾਂ ਚੀਜ਼ਾਂ ਤੋਂ ਅਸੀਂ ਪਰੇ ਨਿਕਲੀਏ। ਸਾਡਾ ਕੰਮ ਆ ਕਿ ਅਸੀਂ ਸਭ ਨੂੰ ਰੋਟੀ ਪਹੁੰਚਦੀ ਕਰੀਏ। ਤਾਂ ਮੈਂ ਕਹਾਂਗੀ ਅਸੀਂ ਬੈਟਰ ਤਰੀਕੇ ਦੇ ਨਾਲ ਟੈਕਲ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਨੂੰ। ਜੀ ਬਿਲਕੁਲ, ਇਸ ਵੇਲੇ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਨਾ ਇਹ ਗਰੀਬ ਦੇਖ ਰਹੀ ਹੈ, ਨਾ ਅਮੀਰ ਦੇਖ ਰਹੀ ਹੈ, ਨਾ ਇਹ ਦੇਖ ਰਹੀ ਹੈ ਵੀ ਇਹ ਵਿਅਕਤੀ ਕਿਹੜੀ ਪਾਰਟੀ ਦੇ ਨਾਲ ਜੁੜਿਆ ਹੋਇਆ ਜਾਂ ਇਹਦਾ ਰੰਗ ਕਿਹੜਾ ਹੈ, ਕੁਝ ਨਹੀਂ ਦੇਖ ਰਹੀ ਇਸ ਵੇਲੇ ਬਿਮਾਰੀ। ਇਸ ਕਰਕੇ ਸਾਨੂੰ ਵੀ ਇਹ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਅਖੀਰ ਦੇ ਵਿੱਚ ਤੁਹਾਡਾ ਪੰਜਾਬ ਵਾਸੀਆਂ ਨੂੰ ਸੁਨੇਹਾ ਕੀ ਹੈ ਤੁਹਾਡੇ ਆਪਣੇ ਹਲਕੇ ਦੇ ਵਿੱਚ? ਅਸੀਂ ਤਾਂ ਇਸ ਵੇਲੇ ਚਲੋ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਇਸ ਵੇਲੇ ਤੁਹਾਡੇ ਹਲਕੇ ਦੇ ਵਿੱਚ ਬਿਮਾਰੀ ਨਹੀਂ ਹੈਗੀ, ਤਾਂ ਤੁਸੀਂ ਇੱਥੋਂ ਬੈਠ ਕੇ ਆਪਣੇ तमाम ਪੰਜਾਬੀ ਜਾਂ ਜਿੰਨੇ ਵੀ ਲੋਕ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਸੁਣ ਰਹੇ ਹੋਣੇ ਨੇ ਉਹਨਾਂ ਤੱਕ ਕੀ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ? ਦੇਖੋ, ਇਹ ਮਤਲਬ ਮੈਂ ਇੱਕ ਗੱਲ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਿਲ ਦਾ ਟਾਈਮ ਆ, ਔਖਾ ਟਾਈਮ ਆ ਕਿ ਕਦੀ ਇਹ ਚੀਜ਼ ਪਹਿਲਾਂ ਹੋਈ ਨਹੀਂ। ਫਸਟ ਟਾਈਮ ਹੈਪਨ ਹੋ ਰਿਹਾ ਕਿ ਅਸੀਂ ਸਾਰੇ ਲੋਕ ਕਰਫਿਊ ਦੀ ਪਾਲਣਾ ਕਰ ਰਹੇ ਹਾਂ ਤੇ ਆਪਣੇ ਘਰਾਂ ਦੇ ਵਿੱਚ ਬੰਦ ਆ ਤੇ ਲੋਕ ਇਹਨੂੰ ਓਬੇ ਵੀ ਕਰ ਰਹੇ ਆ। ਠੀਕ ਆ, ਮੁਸ਼ਕਿਲ ਦਾ ਟਾਈਮ ਆ ਤੇ ਪਰ ਉਹਦੇ ਨਾਲ ਸਰਕਾਰ ਨੂੰ ਵੀ ਮੈਂ ਅੱਜ ਬੇਨਤੀਆਂ ਕਰ ਦਿੱਤੀਆਂ ਨੇ ਤੇ ਪਬਲਿਕ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਟਾਈਮ ਦੇ ਵਿੱਚ ਬੈਠ ਕੇ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਤੇ ਜਿੱਥੇ ਕੋਈ ਮੁਸ਼ਕਿਲ ਆਉਂਦੀ ਆ, ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ, ਜੇ ਤੁਸੀਂ ਮੇਰੇ ਤੱਕ ਪਹੁੰਚ ਕਰ ਸਕਦੇ ਹੋ ਤਾਂ ਡੈਫੀਨਿਟਲੀ ਮੈਨੂੰ ਕਾਲ ਕਰੋ। ਮੈਂ ਤੁਹਾਡੀ ਸੇਵਾ ਦੇ ਵਿੱਚ ਭਾਈ ਹਾਜ਼ਰ ਹਾਂ, ਆਲਵੇਜ਼ ਰੈਡੀ ਹਾਂ। ਮੇਰੇ ਤਲਵੰਡੀ ਸਾਬੋ ਹਲਕੇ ਨੂੰ ਖਾਸ ਕਰਕੇ ਮੈਂ ਤੁਹਾਡੇ ਲਈ ਆਲਵੇਜ਼ ਰੈਡੀ ਹਾਂ।
ਜਿੱਥੇ ਸਰਕਾਰ ਤੋਂ ਮੈਂ ਮੰਗ ਕਰਦੀ ਹਾਂ ਕਿ ਮੇਰੀ ਡਿਊਟੀ ਲਾਈ ਜਾਵੇ, ਮੈਂ ਰੈਡੀ ਹਾਂ ਤੇ ਆਲਵੇਜ਼ ਕਮਿਟਡ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕੀਮਤੀ ਸਮਾਂ ਕੱਢ ਕੇ ਆਪਣੇ ਵਿਚਾਰ ਰੱਖੇ ਨੇ। ਸੋ ਇਹ ਸਨ ਬੀਬੀ ਬਲਜਿੰਦਰ ਕੌਰ, ਸਾਡੇ ਨਾਲ ਉੱਚੇ ਤੌਰ ਤੇ ਤਲਵੰਡੀ ਸਾਬੋ ਤੋਂ ਜੁੜੇ ਸਨ ਤੇ ਆਪਣੇ ਹਲਕੇ ਦਾ ਹਾਲ ਉਹਨਾਂ ਨੇ ਦੱਸਿਆ ਕਿ ਹਾਲਾਤ ਕਿਹੋ ਜਿਹੇ ਨੇ ਤੇ ਕੀ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਇਹਨਾਂ ਦੇ ਵਿੱਚ ਸਾਨੂੰ ਜਿਹੜੀ ਕਈ ਵੇਲੇ ਇਹ ਵੀ ਹੁੰਦਾ ਨਾ ਕਿ ਅਸੀਂ ਕਿਸ ਨੂੰ ਵੋਟ ਪਾਈ ਹੈ ਉਸ ਦੀ ਅਸੀਂ ਮਦਦ ਪਹਿਲਾਂ ਕਰਨੀ ਹੈ, ਜਾਂ ਕਿਸ ਨੇ ਵੋਟ ਸਾਨੂੰ ਨਹੀਂ ਪਾਈ ਉਸ ਦੀ ਮਦਦ ਅਸੀਂ ਬਾਅਦ ਵਿੱਚ ਕਰਨੀ ਹੈ। ਤਾਂ ਇਸ ਵੇਲੇ ਅਜਿਹੇ ਭੇਦਭਾਵ ਜੇ ਕੀਤੇ ਜਾ ਰਹੇ ਨੇ ਕਿਤੇ ਵੀ, ਤਾਂ ਉਹ ਮੇਰੇ ਖਿਆਲ ਦੇ ਨਾਲ ਨਹੀਂ ਕਰਨੇ ਚਾਹੀਦੇ।